ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਈਆਂ ਦਿਨਾਂ ਤੋਂ ਤਲਵੰਡੀ ਸਾਬੋ ਦੀ ਧਰਤੀ 'ਤੇ ਰਹਿ ਰਹੇ ਸਨ। ਉੱਥੇ ਰਹਿੰਦਿਆਂ ਸਤਿਗੁਰੂ ਜੀ ਨੇ ਭਾਈ ਡੱਲੇ 'ਤੇ ਬਹੁਤ ਬਖਸ਼ਿਸ਼ਾਂ ਕੀਤੀਆਂ ਅਤੇ ਉਸ ਨੂੰ ਅੰਮ੍ਰਿਤ ਵੀ ਛਕਾਇਆ। ਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਆਉਣ ਵਾਲੇ ਸਮੇਂ ਤੋਂ ਸੁਚੇਤ ਹੋਣ ਵਾਸਤੇ ਸ਼ਸਤਰ ਵਿੱਦਿਆ ਵੀ ਸਿਖਾਈ ਅਤੇ ਨਾਲ ਨਾਲ ਬਹੁਤ ਸਾਰੇ ਸਿੱਖਾਂ ਨੂੰ ਅੰਮ੍ਰਿਤ ਵੀ ਛਕਾਇਆ। ਇੱਕ ਦਿਨ ਸਤਿਗੁਰੂ ਜੀ ਬੈਠੇ ਸਨ ਤਾਂ 10 ਸਿੰਘ ਉੱਥੇ ਆਏ, ਗੁਰੂ ਜੀ ਨੂੰ ਬੰਦਨਾ ਕਰਕੇ ਬੈਠ ਗਏ ਤਾਂ ਉਹਨਾਂ ਨੇ ਗਾਥਾ ਕਹਿ ਕੇ ਸੁਣਾਈ। ਕੋਟਕਪੂਰੇ ਨੂੰ ਮਾਰ ਲਿਆ ਹੈ, ਜਿਵੇਂ ਸਤਿਗੁਰੂ ਜੀ ਨੇ ਉਚਾਰਨ ਕੀਤਾ ਸੀ ਉਸ ਪ੍ਰਕਾਰ ਹੀ ਸੱਚ ਹੋਇਆ ਹੈ। ਡੱਲ ਸਿੰਘ ਨੇੜੇ ਬੈਠਾ ਸੁਣਦਾ ਸੀ। ਉਹ ਸਾਰਾ ਬ੍ਰਿਤਾਂਤ ਪੁੱਛਣ ਲੱਗਾ, ਕਿਸ ਨੇ ਮਾਰਿਆ ਹੈ? ਸਾਰਾ ਪ੍ਰਸੰਗ ਕਹਿ ਕੇ ਸੁਣਾਓ, ਕਿਸ ਦੇ ਨਾਲ ਉਸਨੇ ਜੰਗ ਕੀਤੀ ਸੀ? ਇਹ ਸੁਣ ਕੇ ਸਿੰਘਾਂ ਨੇ ਸਾਰਾ ਪ੍ਰਸੰਗ ਸੁਣਾਇਆ। ਢਿਲਵੀਂ ਮੇਲੇ ਵਿੱਚ ਬਹੁਤ ਦੁਨੀਆ ਚੱਲ ਕੇ ਆਈ। ਸੋਢੀ ਕੋਲ ਜਿਹੜਾ ਮੰਜੀ ਲਾਉਂਦਾ ਸੀ ਉਹ ਬੈਠਾ ਸੀ ਤੇ ਲੋਕ ਭੇਟਾ ਚੜ੍ਹਾ ਰਹੇ ਸਨ। ਉੱਥੇ ਕਪੂਰਾ ਵੀ ਚੱਲ ਕੇ ਗਿਆ। ਕਈ ਸੂਰਬੀਰ ਉਸਨੇ ਆਪਣੇ ਨਾਲ ਲਏ। ਬਰਗਾੜੀ ਵਾਲੇ ਉਸਦੇ ਵੈਰੀ ਸਨ, ਉਹਨਾਂ ਦਾ ਸ਼ਰੀਕਾ ਸੀ। ਉਹਨਾਂ ਦੇ ਪਹਿਲਾਂ ਮਰ ਗਏ ਸਨ। ਉਹ ਵੀ ਮੇਲੇ ਵਿੱਚ ਚੱਲ ਕੇ ਆਏ। ਜਿਨ੍ਹਾਂ ਨੂੰ ਦੁੱਖ ਦਿੱਤਾ ਹੋਇਆ ਸੀ ਉਹਨਾਂ ਨਾਲ ਮੇਲ ਨਹੀਂ ਸੀ ਹੋਇਆ। ਫਿਰ ਦੋਵਾਂ ਪਾਸਿਆਂ ਨੇ ਸ਼ਰਾਬ ਪੀਤੀ ਹੋਈ ਸੀ। ਉਹ ਪਿਛਲੇ ਵੈਰ ਨੂੰ ਯਾਦ ਕਰਵਾਉਣ ਲੱਗੇ, ਪਹਿਲਾਂ ਸਾਨੂੰ ਬੁਰੀ ਤਰ੍ਹਾਂ ਬਰਬਾਦ ਕੀਤਾ ਹੈ। ਫਿਰ ਉਸ ਸਮੇਂ ਗਾਲਾਂ ਕੱਢਣ ਲੱਗ ਗਏ। ਦੋਵੇਂ ਪਾਸੇ ਈਰਖਾ ਤੇ ਜਲਨ ਬਹੁਤ ਵੱਧ ਗਈ। ਉਸ ਸਮੇਂ ਫਿਰ ਹਥਿਆਰ ਚੱਲਣ ਲੱਗੇ। ਬਹੁਤ ਬੰਦੂਕਾਂ ਚਲਾਈਆਂ, ਕਈ ਮਰ ਗਏ ਤੇ ਵੱਡੀ ਲੜਾਈ ਮੱਚ ਗਈ। ਜਦ ਕੌਲ ਸਾਹਿਬ ਨੇ ਇਸ ਝਗੜੇ ਬਾਰੇ ਜਾਣਿਆ ਕਿ ਵੱਡਾ ਡਰ ਵਧਣ ਨਾਲ ਮੇਲਾ ਵਿਗੜ ਜਾਏਗਾ ਤਾਂ ਉਸਨੇ ਅਭੈ ਰਾਮ ਦੇ ਪੁੱਤਰ ਸ਼੍ਰੀ ਰਾਮ ਨੂੰ ਭੇਜਿਆ ਕਿ ਉਹ ਜਾ ਕੇ ਯੁੱਧ ਨੂੰ ਹਟਾ ਦੇਵੇ। ਉਹ ਵਰਜ ਕੇ ਦੋਵਾਂ ਪਾਸਿਆਂ ਨੂੰ ਹਟਾਉਂਦਾ ਸੀ ਤੇ ਕਹਿੰਦਾ ਸੀ, ਗੁਰੂ ਘਰ ਵਿੱਚ ਕਿਉਂ ਜੰਗ ਮਚਾਉਂਦੇ ਹੋ? ਆਪਣੇ ਘਰ ਵਿੱਚ ਜਾ ਕੇ ਲੜਾਈ ਕਰੋ, ਹਟ ਜਾਓ, ਕਿਉਂ ਰੌਲਾ ਮਚਾਇਆ ਹੈ? ਇੱਧਰ ਉੱਧਰ ਵਰਜਦਾ ਝੜਕਦਾ ਫਿਰਦਾ ਸੀ। ਵੈਰੀ ਸ਼ਰਾਬੀ ਹੋਏ ਸਨ ਤੇ ਉਹਨਾਂ ਦੀ ਮੱਤ ਮਾਰੀ ਗਈ ਸੀ। ਉਸ ਵੱਲ ਬੰਦੂਕ ਤੱਕ ਕੇ ਚਲਾਈ ਤਾਂ ਸ਼੍ਰੀ ਰਾਮ ਨੂੰ ਮਾਰ ਕੇ ਡੇਗ ਲਿਆ। ਇਹ ਸੁਣ ਕੇ ਮਨੁੱਖ ਫਿਰ ਦੌੜੇ ਗਏ। ਮਰੇ ਹੋਏ ਨੂੰ ਉਠਾ ਕੇ ਲਿਆ ਰਹੇ ਸਨ। ਫਿਰ ਹੋਰ ਸੋਢੀ ਗੁੱਸਾ ਧਾਰ ਕੇ ਗਏ ਤੇ ਗਾਲਾਂ ਕੱਢ ਕੇ ਵਰਜਨ ਅਤੇ ਰੋਕਣ ਲੱਗੇ। ਜਦ ਸ਼੍ਰੀ ਰਾਮ ਦਾ ਸੰਸਕਾਰ ਕਰਨ ਲੱਗੇ ਤਾਂ ਕੋਲ ਖੜਾ ਕੌਲ ਬਹੁਤ ਸੰਕਟ ਵਿੱਚ ਭਿੱਜਾ ਸੀ। ਉਹ ਕਹਿਣ ਲੱਗਾ, ਇਸ ਦਾ ਸੰਸਕਾਰ ਨਾ ਕਰੋ, ਕੋਈ ਹੋਰ ਵਿਘਨ ਨਾ ਖੜਾ ਹੋ ਜਾਏ, ਇਸ 'ਤੇ ਵਿਚਾਰ ਕਰੋ। ਮੇਰੇ ਅੰਗਾਂ ਨੂੰ ਤੱਤੀ ਹਵਾ ਲੱਗਦੀ ਹੈ, ਇਸ ਕਰਕੇ ਗੁਰੂ ਮਾਰੇ ਜੰਗ ਕਰ ਰਹੇ ਹਨ। ਮੇਰਾ ਪਰਿਵਾਰ ਹਟਾਉਣ ਗਿਆ ਹੈ, ਵੱਡਾ ਝਗੜਾ ਮਿਲ ਕੇ ਪੈਦਾ ਹੋਇਆ ਹੈ। ਇੰਨੇ ਵਿੱਚ ਇੱਕ ਮਨੁੱਖ ਦੌੜਦਾ ਆਇਆ ਤੇ ਕੌਲ ਦੇ ਪਾਸ ਉਸਨੇ ਦੁਖੀ ਹੋ ਕੇ ਕਿਹਾ, ਸ਼੍ਰੀ ਰਾਮ ਦਾ ਛੋਟਾ ਭਰਾ ਪ੍ਰਜਾਪਤੀ ਗੋਲੀ ਲੱਗਣ ਨਾਲ ਤੁਰੰਤ ਹੀ ਮਰ ਗਿਆ ਹੈ। ਜਾ ਕੇ ਚੁੱਕ ਕੇ ਤੁਰੰਤ ਲਿਆਏ। ਸਾਰੇ ਸੋਢੀਆਂ ਨੇ ਬਹੁਤ ਦੁੱਖ ਪਾਇਆ। ਦੋਵਾਂ ਦਾ ਇਕੱਠਿਆਂ ਦਾ ਸੰਸਕਾਰ ਕੀਤਾ। ਅਭੈ ਰਾਮ ਨੇ ਫਿਰ ਸ਼ਰਾਬ ਉਚਾਰਨ ਕੀਤਾ, ਮੇਰੇ ਤੂੰ ਦੋਵੇਂ ਪੁੱਤਰ ਮਾਰੇ ਹਨ। ਇਸ ਪਾਪ ਦਾ ਫਲ ਤੈਨੂੰ ਵੀ ਇਸ ਤਰ੍ਹਾਂ ਦਾ ਮਿਲੇ। ਪਹਿਲਾਂ ਤੈਨੂੰ 10ਵੇਂ ਪਾਤਸ਼ਾਹ ਤੋਂ ਸ਼ਰਾਬ ਮਿਲਿਆ ਹੈ ਕਿ ਤੁਰਕ ਤੋਂ ਫਾਹੀ ਲੈ ਕੇ ਮਰੇ। ਉਹ ਮਿੱਟੀ ਦਾ ਭਰਿਆ ਘੋੜੇ ਦੇ ਦਾਣੇ ਖਾਣ ਵਾਲਾ ਤੋਬਰਾ ਤੇਰੇ ਮੂੰਹ ਨੂੰ ਚਾੜਨਗੇ। ਮਰਦੇ ਸਮੇਂ ਨੂੰ ਇਸ ਪ੍ਰਕਾਰ ਦੁੱਖ ਪਾਵੇਂਗਾ। ਮੇਰੇ ਸ਼ਰਾਪ ਨਾਲ ਤੇਰੀਆਂ ਜੜ੍ਹਾਂ ਇੱਕੇ ਵਾਰ ਉਖੜ ਗਈਆਂ ਹਨ। ਤੈਨੂੰ ਕੋਈ ਪਾਣੀ ਦੇਣ ਵਾਲਾ ਵੀ ਨਹੀਂ ਰਹੇਗਾ। ਇਸ ਪ੍ਰਕਾਰ ਤੈਨੂੰ ਭਾਰੀ ਸੰਕਟ ਹੋਵੇਗਾ। ਸ਼ਰਾਪ ਹੋਇਆ ਸੁਣ ਕੇ ਬਹੁਤ ਪਛਤਾਇਆ। ਫਿਰ ਕੁਝ ਸਮਾਂ ਬਤੀਤ ਕੀਤਾ। ਈਸੇ ਖਾਂ ਮੰਝ ਚੜ੍ਹਾਈ ਕਰਕੇ ਆ ਗਿਆ। ਇਹ ਦੁਆਬੇ ਦਾ ਹਾਕਮ ਸੀ ਤੇ ਸਿੱਖਾਂ ਦਾ ਬਹੁਤ ਵੈਰੀ ਸੀ। ਕਿਲ੍ਹੇ ਨੂੰ ਘੇਰ ਕੇ ਇਸਨੇ ਜੰਗ ਮਚਾਈ। ਵੱਡਾ ਹੱਲਾ ਕਰਕੇ ਸੂਰਬੀਰ ਨੇ ਚੜ੍ਹਾਈ ਕੀਤੀ ਤੇ ਕਪੂਰਾ ਇੱਕ ਘਾਹ ਦੇ ਢੇਰ ਵਿੱਚ ਛੁਪ ਗਿਆ। ਈਸੇ ਖਾਂ ਨੇ ਕਿਹਾ, ਕਪੂਰਾ ਇਸ ਵਿੱਚ ਹੈ, ਲੱਭ ਲਓ, ਭੱਜ ਨਾ ਜਾਵੇ। ਇੱਧਰ ਉੱਧਰ ਖੋਜ ਕੇ ਲੱਭ ਲਿਆ ਤੇ ਫੜ ਕੇ ਤੁਰੰਤ ਈਸੇ ਖਾਂ ਦੇ ਪਾਸ ਲਿਆਂਦਾ। ਪਠਾਨ ਨੇ ਵੇਖ ਕੇ ਕਿਹਾ, ਤੂੰ ਸੂਰਬੀਰ ਸੀ ਕਿ ਇੱਲਾ ਕੁਕੜਾਂ ਵਾਂਗ ਕਪੂਰਾ ਸੀ? ਤੂੰ ਬਾਜ਼ ਰੱਖਣ ਨੂੰ ਵੀ ਲਾਜ ਲਾਈ ਹੈ। ਇਸ ਪ੍ਰਕਾਰ ਕਹਿ ਕੇ ਉਸ ਨੂੰ ਕੈਦ ਕਰਵਾ ਲਿਆ।
ਫਿਰ ਈਸੇ ਖਾਂ ਨੇ ਕੂਚ ਕਰ ਦਿੱਤਾ ਤੇ ਜਿੱਧਰ ਜਾਣਾ ਸੀ ਉਧਰ ਦਾ ਰਾਹ ਫੜਿਆ। ਫਿਰ ਈਸੇ ਖਾਂ ਆਪਣੇ ਹਿਰਦੇ ਵਿੱਚ ਬਹੁਤ ਵਿਚਾਰ ਕਰਦਾ ਸੀ, ਇਸ ਨੂੰ ਫੜਨ ਨਾਲ ਸਾਨੂੰ ਕੀ ਪ੍ਰਾਪਤ ਹੋਏਗਾ। ਉਜਾੜ ਦੇ ਵਿੱਚ ਇੱਕ ਸਰੋਵਰ ਵੇਖਿਆ, ਉੱਥੇ ਖੜੇ ਹੋ ਕੇ ਉਸ ਸਮੇਂ ਬੋਲਿਆ, ਨਾਲ ਲੱਦਿਆ ਹੋਇਆ ਜੱਟ ਕੀ ਦੇਵੇਗਾ, ਇਸ ਨੂੰ ਛੱਡਣਾ ਵੀ ਚੰਗਾ ਨਹੀਂ। ਇਸ ਕਰਕੇ ਇਹ ਜਿਹੜਾ ਦਰਖਤ ਖੜਾ ਹੈ, ਇਸ ਦਰਖਤ ਉੱਪਰ ਇਸ ਨੂੰ ਫਾਹੇ ਚੜ੍ਹਾ ਦਿਓ। ਪਠਾਨ ਦਾ ਹੁਕਮ ਸੁਣ ਕੇ ਨੌਕਰ ਗਏ ਤੇ ਕਪੂਰੇ ਨੂੰ ਫਾਹੇ ਵਾਸਤੇ ਲਿਆਏ। ਵੇਖ ਕੇ ਮਹਾਂ ਦੁੱਖ ਪਾ ਕੇ ਬੋਲਿਆ, ਮੈਨੂੰ ਇੱਥੇ ਇਸ਼ਨਾਨ ਕਰਨ ਦਿਓ, ਫਿਰ ਮੇਰੇ ਮੂੰਹ 'ਤੇ ਤੋਬਰਾ ਚੜਾਓ, ਫਿਰ ਇਸ ਥਾਂ ਫਾਹੇ ਦੇ ਦਿਓ। ਫਿਰ ਕਿਸੇ ਮਨੁੱਖ ਨੇ ਪੁੱਛਿਆ, ਇਸ ਤਰ੍ਹਾਂ ਕਿਉਂ ਕਹਿੰਦੇ ਹੋ, ਤੋਬਰਾ ਪਾਉਣਾ ਕੈਸੇ ਵਾਜਬ ਹੈ। ਕਪੂਰਾ ਉਹਨਾਂ ਨੂੰ ਦੱਸਣ ਲੱਗਾ, ਮੇਰੇ ਗੁਰੂ ਜੀ ਨੇ ਮੇਰੇ ਵਾਸਤੇ ਇਸ ਪ੍ਰਕਾਰ ਕਠੋਰ ਵਚਨ ਕੀਤੇ ਹਨ। ਮਿੱਟੀ ਦਾ ਭਰਿਆ ਤੋਬਰਾ ਮੂੰਹ ਨੂੰ ਚੜਾਉਣਗੇ ਤੇ ਤੁਰਕ ਫਾਹਾ ਦੇ ਕੇ ਮਰਵਾ ਦੇਣਗੇ। ਹੋਰ ਸਾਰੀ ਗੱਲ ਬਣ ਗਈ ਹੈ, ਪਰ ਤੋਬਰਾ ਤੁਸੀਂ ਨਹੀਂ ਮੰਗਵਾਇਆ। ਉਹ ਮੰਗਵਾ ਕੇ ਮੈਨੂੰ ਫਾਂਸੀ ਦਿਓ ਤੇ ਅਮਰ ਅਬਿਨਾਸ਼ੀ ਗੁਰੂ ਜੀ ਦੇ ਬਚਨ ਪੂਰੇ ਕਰੋ, ਨਹੀਂ ਤਾਂ ਇਸ ਤੋਬਰੇ ਵਾਸਤੇ ਇੱਕ ਜਨਮ ਹੋਰ ਧਾਰਨਾ ਪਵੇਗਾ। ਫਿਰ ਕਿਸ ਥਾਂ ਜਨਮ ਧਾਰਨ ਕਰਕੇ ਇਹ ਕਠੋਰ ਬਚਨ ਬਰਦਾਸ਼ਤ ਕਰਾਂਗਾ। ਇਹ ਸੁਣ ਕੇ ਤੁਰਕਾਂ ਨੇ ਉਸ ਤਰ੍ਹਾਂ ਹੀ ਕੀਤਾ। ਮਿੱਟੀ ਘੱਟੇ ਦਾ ਤੋਬਰਾ ਭਰ ਕੇ ਉਸ ਦੇ ਮੂੰਹ ਨੂੰ ਚਾੜ ਦਿੱਤਾ ਤੇ ਰੱਸਾ ਗਲ ਵਿੱਚ ਪਾ ਕੇ ਦਰਖਤ ਉੱਤੇ ਲਟਕਾ ਦਿੱਤਾ। ਇਸ ਪ੍ਰਕਾਰ ਅਵਗਤੀ ਲੈ ਕੇ ਪ੍ਰਾਣ ਗਵਾ ਲਿਆ। ਆਪ ਜੀ ਦਾ ਜਿਹੜਾ ਹੁਕਮ ਨਹੀਂ ਮੰਨਦਾ ਹੈ, ਉਹ ਮਹਾਮੂਰਖ ਵੱਡਾ ਕਸ਼ਟ ਪ੍ਰਾਪਤ ਕਰਦਾ ਹੈ। ਇਹ ਸੁਣ ਕੇ ਸਤਿਗੁਰੂ ਜੀ ਨੇ ਚੁੱਪ ਧਾਰਨ ਕਰ ਲਈ। ਗੁਰੂ ਜੀ ਦੇ ਅਮੋਘ ਬਚਨ ਟਾਲਣ ਨਾਲ ਵੀ ਟਲਦੇ ਨਹੀਂ ਹਨ। ਜੈਸਾ ਬ੍ਰਹਮ ਅਸਤਰ ਵਰਗਾ ਰਾਮਚੰਦਰ ਜੀ ਦਾ ਤੀਰ ਹੈ, ਉਹ ਕਿਸੇ ਪ੍ਰਕਾਰ ਵੀ ਵਿਅਰਥ ਨਹੀਂ ਜਾਂਦਾ ਹੈ, ਵੈਰੀਆਂ ਨੂੰ ਮਾਰ ਲੈਂਦਾ ਹੈ। ਕੋਈ ਵੀ ਉਸ ਨੂੰ ਹਟਾਉਣ ਦੇ ਸਮਰੱਥ ਨਹੀਂ ਹੈ। ਸੁਮੇਰ ਪਰਬਤ ਦੀ ਓਟ ਲੈ ਕੇ ਵੀ ਕੋਈ ਬਚ ਨਹੀਂ ਸਕਦਾ। ਇਹ ਸੁਣ ਕੇ ਬੈਰਾੜ ਨੇ ਡਰ ਦੇ ਨਾਲ ਸ਼ਰਧਾ ਸਹਿਤ ਮੱਥਾ ਨਿਵਾਇਆ। ਕਈ ਦਿਨ ਉੱਥੇ ਹੋਰ ਬਤੀਤ ਕੀਤੇ ਤੇ ਸ਼੍ਰੋਮਣੀ ਸੋਢੀ ਸੁਲਤਾਨ ਉੱਥੇ ਰਹਿੰਦੇ ਰਹੇ। ਅਭੈ ਰਾਮ ਨੂੰ ਵੱਡਾ ਦੁੱਖ ਹੋਇਆ। ਦੋਵੇਂ ਪੁੱਤਰ ਇੱਕੋ ਵਾਰ ਮਾਰੇ ਗਏ। ਇੱਕ ਦਿਨ ਉਹ ਭੋਜਨ ਖਾਣ ਲੱਗਾ ਤੇ ਵਰਖਾ ਦੌਰਾਨ ਬੱਦਲ ਬਹੁਤ ਉੱਚੀ ਆਵਾਜ਼ ਵਿੱਚ ਗੱਜਿਆ। ਸਹਿ ਨਾ ਸਕਿਆ ਤੇ ਦੁੱਖ ਪਾ ਕੇ ਉਚਾਰਨ ਕੀਤਾ, ਪੁੱਤਰਾਂ ਦੇ ਮਾਰੇ ਜਾਣ ਦਾ ਮੈਨੂੰ ਬਹੁਤ ਦੁੱਖ ਹੋਇਆ ਹੈ। ਤੇਰੇ ਘਰ ਵਿੱਚ ਵਧਾਈ ਹੋਈ ਹੈ, ਮੈਨੂੰ ਗੱਜ ਗੱਜ ਕੇ ਸੁਣਾਉਂਦਾ ਹੈ। ਮੇਰੀ ਤੈਨੂੰ ਕੋਈ ਪੀੜ ਨਹੀਂ ਹੈ, ਮੈਨੂੰ ਬਿਪਤਾ ਆ ਪਈ ਹੈ, ਇਸ ਲਈ ਪੀੜ ਹੋਈ ਹੈ। ਹੁਣ ਦੂਰ ਹੋ ਜਾ, ਮੈਨੂੰ ਦਿਖਾਈ ਨਾ ਦਿਓ। ਅਭੈ ਰਾਮ ਨੇ ਜਦ ਇਸ ਤਰ੍ਹਾਂ ਕਿਹਾ, ਝੜੀ ਹਟ ਗਈ ਤੇ ਪਾਣੀ ਨਾ ਵਰਸਿਆ ਤੇ ਉਸ ਸਮੇਂ ਦੇਸ਼ ਵਿੱਚ ਭਾਰੀ ਕਾਲ ਪੈ ਗਿਆ। ਬੜੇ ਲੰਮੇ ਸਮੇਂ ਤੱਕ ਬੱਦਲ ਨਾ ਆਏ। ਜਦ ਸੂਰਜ ਤਪਿਆ ਤਾਂ ਬਹੁਤ ਲੋਕ ਵਿਆਕੁਲ ਹੋ ਗਏ। ਇਸ ਸਮੇਂ ਦਾ ਉਸ ਸਮੇਂ ਦਾ ਪ੍ਰਸੰਗ ਹੈ। ਸਤਿਗੁਰੂ ਜੀ ਹੁਣ ਦਮਦਮੇ ਵਿੱਚ ਰਹਿੰਦੇ ਹਨ। ਕਈਆਂ ਨੇ ਸਤਿਗੁਰੂ ਜੀ ਦੇ ਕਠੋਰ ਬਚਨ ਤੇ ਕਈਆਂ ਨੇ ਸਤਿਗੁਰੂ ਜੀ ਤੋਂ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ। ਇੱਕ ਦਿਨ ਸਤਿਗੁਰੂ ਜੀ ਸਭਾ ਵਿੱਚ ਬੈਠੇ ਸਨ ਤੇ ਉਹਨਾਂ ਨੇ ਸਾਰਿਆਂ ਨੂੰ ਸੁਣਾ ਕੇ ਬਚਨ ਕੀਤਾ, ਦੱਸੋ ਇਹ ਧਰਤੀ ਕਿਸ ਨੇ ਚੁੱਕੀ ਹੈ, ਕਿਸ ਦੇ ਉੱਪਰ ਇਹ ਸਦਾ ਹੀ ਸਥਿਰ ਰਹਿੰਦੀ ਹੈ। ਕਿਸੇ ਨੇ ਕਿਹਾ ਧਰਤੀ ਨੂੰ ਬਲਦ ਨੇ ਚੁੱਕਿਆ ਹੈ। ਕਈ ਕਹਿਣ ਲੱਗੇ ਸ਼ੇਸ਼ਨਾਗ ਚੁੱਕਦਾ ਹੈ। ਕਈਆਂ ਨੇ ਦੱਸਿਆ ਕਿ ਕੱਛੂ ਨੇ ਆਪਣੀ ਪਿੱਠ ਉੱਪਰ ਚੁੱਕੀ ਹੈ। ਕਈਆਂ ਨੇ ਕਿਹਾ ਕਿ ਸੂਰ ਨੇ ਆਪਣੀ ਦਾੜ ਉੱਪਰ ਚੁੱਕੀ ਹੈ। ਇਹ ਸੁਣ ਕੇ ਫਿਰ ਗੁਰੂ ਜੀ ਨੇ ਪੁੱਛਿਆ, ਜਿਨ੍ਹਾਂ ਨੇ ਚੁੱਕੀ ਹੈ ਉਹ ਕਿਸ ਦੇ ਥੱਲੇ ਖੜੇ ਹਨ? ਕਿਸੇ ਆਸਰੇ ਤੋਂ ਬਗੈਰ ਤਾਂ ਚੁੱਕ ਨਹੀਂ ਸਕਦੇ। ਜਿਨ੍ਹਾਂ ਨੂੰ ਉਹਨਾਂ ਚੁੱਕਿਆ ਹੈ ਉਹ ਦੱਸ ਦਿਓ। ਹੱਥ ਜੋੜ ਕੇ ਫਿਰ ਸਭਨਾਂ ਨੇ ਕਿਹਾ, ਕਿਰਪਾ ਕਰਕੇ ਆਪ ਹੀ ਦੱਸ ਦਿਓ। ਫਿਰ ਸਤਿਗੁਰੂ ਜੀ ਨੇ ਸਭ ਦੇ ਵਿੱਚ ਕਿਹਾ, ਇਹ ਜਿਹੜਾ ਸਾਰਾ ਪਸਾਰਾ ਵੇਖਦੇ ਹੋ, ਇਹ ਸਾਰਾ ਸੱਚ ਦੇ ਆਸਰੇ ਖੜਾ ਹੈ। ਸੱਚ ਤੋਂ ਬਗੈਰ ਹੋਰ ਆਸਰਾ ਨਹੀਂ ਹੈ। ਸੱਚ ਦੇ ਆਸਰੇ ਸੂਰਜ ਤਪਦਾ ਹੈ ਤੇ ਸੱਚ ਦੇ ਆਸਰੇ ਚੰਦਰਮਾ ਚਮਕਦਾ ਹੈ। ਸੱਚ ਦੇ ਆਸਰੇ ਸਾਗਰ ਗੰਭੀਰ ਹੈ। ਸੱਚ ਦੇ ਆਸਰੇ ਧਰਤੀ ਧੀਰਜਵਾਨ ਹੈ। ਸੱਚ ਦੇ ਆਸਰੇ ਹਵਾ ਵਗਦੀ ਹੈ ਤੇ ਸੱਚ ਦੇ ਆਸਰੇ ਅਗਨੀ ਤਪਦੀ ਹੈ। ਸੱਚ ਦੇ ਆਸਰੇ ਸਭ ਕੁਝ ਕੂੜ ਦਿਖਾਈ ਦਿੰਦਾ ਹੈ। ਕੂੜੇ ਪ੍ਰਪੰਚ ਦਾ ਨਿਰਵਾਹ ਸੱਚ ਬਿਨਾਂ ਨਹੀਂ ਹੋ ਸਕਦਾ। ਜਿਵੇਂ ਰੱਸੀ ਸੱਚੀ ਦਿਖਾਈ ਦਿੰਦੀ ਹੈ ਤੇ ਉਸ ਵਿੱਚ ਝੂਠੇ ਸੱਪ ਦੀ ਕਲਪਨਾ ਹੈ। ਜੇ ਉੱਥੇ ਸੱਚੀ ਰੱਸੀ ਨਾ ਹੋਵੇ ਤਾਂ ਝੂਠੇ ਸੱਪ ਦੀ ਕਿਵੇਂ ਕਲਪਨਾ ਕਰੇਗਾ। ਇਸ ਕਰਕੇ ਇਹ ਨਿਸ਼ਚਾ ਕਰੋ, ਸਾਰੇ ਬ੍ਰਹਿਮੰਡ ਨੂੰ ਸੱਚ ਦੇ ਆਸਰੇ ਜਾਣੋ। ਇਹ ਸੁਣ ਕੇ ਸਾਰਿਆਂ ਨੇ ਸਿਰ ਨਿਵਾਇਆ ਤੇ ਕਿਹਾ,
ਆਪ ਜੀ ਨੇ ਯਥਾਰਥ ਰੂਪ ਵਿੱਚ ਸਮਝਾਇਆ ਹੈ। ਜਿਸ ਉੱਪਰ ਆਪ ਜੀ ਦੀ ਕਿਰਪਾ ਹੁੰਦੀ ਹੈ ਉਹ ਸੱਚੇ ਪ੍ਰਭੂ ਨੂੰ ਪਛਾਣ ਲੈਂਦਾ ਹੈ ਤੇ ਸੱਚ ਬਾਰੇ ਜਾਣ ਲੈਂਦਾ ਹੈ। ਹੇ ਸਤਿਗੁਰੂ ਜੀ, ਧੰਨ ਧੰਨ ਤੁਹਾਡਾ ਸਤਸੰਗ ਹੈ, ਜਿਹੜਾ ਭਵਜਲ ਤੋਂ ਪਾਰ ਉਤਾਰਾ ਕਰਵਾ ਦਿੰਦਾ ਹੈ। ਫਿਰ ਜਨਮ ਮਰਨ ਦਾ ਦੁਬਾਰਾ ਫੇਰਾ ਨਹੀਂ ਪੈਂਦਾ ਹੈ, ਜਿਸ ਨੂੰ ਆਪਣਾ ਜਾਣ ਕੇ ਆਪਣਾ ਸੇਵਕ ਬਣਾ ਲੈਂਦੇ ਹੋ। ਸੋ ਸਾਧ ਸੰਗਤ ਜੀ, ਇੱਥੇ 30ਵੇਂ ਅਧਿਆਇ ਦੀ ਸਮਾਪਤੀ ਹੁੰਦੀ ਹੈ ਜੀ। ਪ੍ਰਸੰਗ ਸੁਣਾਉਂਦੇ ਹੋਈਆਂ ਅਨੇਕ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।